आप लिहो तुम कथा सुधार। दोहरा श्री सतगुरु वृद्ध अमर जी आए तिन्हों के पास, ग्राम केतक अर्पण करें अकबर विनय पर घास। वाहिगुरु जी का खालसा वाहिगुरु जी की फतेह। फतेह। परम सत्कारजो गुरु की साजी नवाजी साध संगत जी, गुरु के पवित्र पावन चरनां च संध्या दे दीवानां दी हाਜ਼ਰੀਆਂ ਭਰ ਕੇ ਆਪ ਜੀ ਨੇ ਗੁਰਬਾਣੀ ਦਾ ਆਨੰਦ ਮਾਣਿਆ ਹੈ, ਕੀਰਤਨ ਸਰਵਣ ਕੀਤਾ ਹੈ। ਹੁਣ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦਾ ਜੋ ਇਤਿਹਾਸ ਚੱਲ ਰਿਹਾ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਜੋ ਮਹਾਨ ਪਰਉਪਕਾਰ ਕੀਤੇ ਹਨ, ਉਹਨਾਂ ਪਰਉਪਕਾਰਾਂ ਦੀ ਕਥਾ ਬ੍ਰਹਮ ਗਿਆਨੀ ਭਾਈ ਰਾਮ ਕੋਇਲ ਸਾਹਿਬ ਜੀ ਨੇ ਖਾਲਸੇ ਨੂੰ ਪਿੰਡ ਰਮਦਾਸ ਵਿਖੇ ਸੁਣਾਈ ਸੀ। ਉਸੇ ਕਥਾ ਨੂੰ ਮਹਾਕਵੀ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਲਮਬੰਦ ਕੀਤਾ ਹੈ। ਆਓ ਗੁਰੂ ਦੀ ਪਾਵਨ ਕਥਾ ਸੁਣੀਏ। ਗੁਰੂ ਰਾਮਦਾਸ ਜੀ ਦੀ ਕਥਾ ਵਿੱਚ ਹੀ ਇੱਕ ਨਵਾਂ ਪ੍ਰਸੰਗ ਜੁੜਦਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਦਾ। ਇਹ ਕਿਵੇਂ ਪ੍ਰਸੰਗ ਸ਼ੁਰੂ ਹੁੰਦਾ ਹੈ? ਮਨ ਬਿਰਤੀਆਂ ਜੋੜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। दोहरा श्री सतगुरु वृद्ध अमर जी, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ, ਜੋ ਬਹੁਤ ਬਿਰਧ ਅਵਸਥਾ ਵਿੱਚ ਜੋਤੀ ਜੋਤ ਸਮਾਏ ਹਨ, ਜਦੋਂ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਸਨ, ਉਸ ਵੇਲੇ ਦਾ ਬਚਨ ਹੈ। आए तिन्हों के पास, ਉਹਨਾਂ ਦੇ ਪਵਿੱਤਰ ਚਰਨਾਂ ਵਿੱਚ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਚੱਲ ਕੇ ਆਇਆ ਸੀ। ਹਾਂਜੀ, ग्राम केतक अर्पण करे, ਅਕਬਰ ਬਾਦਸ਼ਾਹ ਨੇ ਕਈ ਪਿੰਡ ਭੇਟਾ ਕੀਤੇ ਸਨ। अकबर विनय प्रकाश, ਅਕਬਰ ਬਾਦਸ਼ਾਹ ਨੇ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ 'ਚ ਆ ਕੇ ਬੇਨਤੀ ਕੀਤੀ, ਮਹਾਰਾਜ ਗੁਰੂ ਕੇ ਲੰਗਰਾਂ ਦੀ ਸੇਵਾ ਬੜੀ ਮਹਾਨ ਚੱਲ ਰਹੀ ਹੈ, ਮੈਨੂੰ ਹੁਕਮ ਦਿਓ, ਕੁਝ ਜਗੀਰ ਮੈਂ ਸੇਵਾ ਕਰਨੀ ਚਾਹੁੰਦਾ ਹਾਂ। ਗੁਰੂ ਅਮਰਦਾਸ ਸਾਹਿਬ ਜੀ ਬਚਨ ਕੀਤਾ, ਬਾਦਸ਼ਾਹ ਇਹ ਲੰਗਰ ਜਗੀਰਾਂ ਨਾਲ ਨਹੀਂ ਚੱਲਦੇ, ਇਹ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਨਾਲ ਚੱਲਦੇ ਹਨ। ਇਹ ਕਿਰਪਾ ਅਕਾਲ ਪੁਰਖ ਦੀ ਹੈ, ਇਸ ਕਰਕੇ ਅਸੀਂ ਕੋਈ ਜਗੀਰ ਨਹੀਂ ਲੈਣੀ। ਅਕਬਰ ਨੇ ਫਿਰ ਬੇਨਤੀ ਕੀਤੀ, ਮਹਾਰਾਜ ਇਹ ਲੰਗਰ ਵਾਸਤੇ ਜਗੀਰ ਨਹੀਂ ਲੈਣੀ, ਮੈਂ ਆਪਣੀ ਭੈਣ ਬੀਬੀ ਭਾਨੀ ਨੂੰ ਕੁਝ ਦੇਣਾ ਚਾਹੁੰਦਾ, ਉਹ ਮੇਰੀ ਛੋਟੀ ਭੈਣ ਹੈ, ਤੁਸੀਂ ਮੇਰੇ ਪਿਤਾ ਹੋ। ਤਾਂ ਸਾਧ ਸੰਗਤ ਜੀ, ਅਕਬਰ ਨੇ ਜ਼ਬਰਦਸਤੀ ਕੁਝ ਪਿੰਡ ਬੀਬੀ ਭਾਨੀ ਜੀ ਨੂੰ ਭੇਟਾ ਕੀਤੇ। ਸੋ ਉਹਨਾਂ ਪਿੰਡਾਂ ਦੀ ਜਗੀਰ ਗੁਰੂ ਘਰ ਦੇ ਨਾਲ ਹੈ। ਹਾਂਜੀ, सो सगरे ही ग्राम गण, ਉਹ ਸਾਰੇ ਪਿੰਡਾਂ ਦੀ ਜੋ ਜਗੀਰ ਅਕਬਰ ਨੇ ਭੇਟਾ ਕੀਤੀ ਹੈ, गुरता गादी साथ, ਉਹ ਗੁਰੂ ਦੀ ਗੱਦੀ ਨੂੰ ਭੇਟਾ ਹੋਈ ਹੈ। ਗੁਰੂ ਘਰ ਦੇ ਵਿੱਚ ਹੈ ਉਹ ਜ਼ਮੀਨ ਸਾਰੀ। रामदास गुर को दए, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਪਾਤਸ਼ਾਹ ਨੂੰ ਇਹ ਗੁਰੂ ਅਮਰਦਾਸ ਜੀ ਨੇ ਸਾਰੀ ਜ਼ਿੰਮੇਵਾਰੀ ਦੇ ਦਿੱਤੀ। ਉਹ ਪਿੰਡ ਵੀ ਜਿਹੜੇ ਸਨ ਉਹਨਾਂ ਨੂੰ ਭੇਟਾ ਕਰ ਦਿੱਤੇ ਹਨ। कुल भलेन के नाथ, ਭਲਿਆਂ ਦੀ ਕੁਲ ਦੇ ਸੁਆਮੀ ਸ੍ਰੀ ਗੁਰੂ ਅਮਰਦਾਸ ਜੀ ਨੇ ਉਹ ਪਿੰਡ ਤੇ ਸਾਰਾ ਕੁਝ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਦਿੱਤਾ ਹੈ। चौपई आप अक्षत ही प्रथम पठाए, ਆਪਣੇ ਹੁੰਦਿਆਂ ਹੀ ਗੁਰੂ ਅਮਰਦਾਸ ਜੀ ਨੇ ਇੱਕ ਵਾਰੀ ਗੁਰੂ ਰਾਮਦਾਸ ਜੀ ਨੂੰ ਭੇਜਿਆ ਸੀ। ताल खटावन को फरमाए, ਹੁਕਮ ਦਿੱਤਾ ਸੀ ਕਿ ਤੁਸੀਂ ਇਹ ਸਰੋਵਰ ਬਣਾਉਣਾ ਹੈ। ਕੁਝ ਮਹਾਪੁਰਸ਼ਾਂ ਨੇ ਐਸਾ ਲਿਖਿਆ ਹੈ ਵੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਆਪ ਚੱਲ ਕੇ ਆਏ ਸਨ।
क्योंकि सारे पंजाब दी संगत, लाहौर दी संगत, पंजाब दे मुखी सिखां ने सतगुरां दे चरणां 'च बेनती कीती, सच्चे पातशाह जी गुरु नानक देव जी लाहौर शहर नूं बड़ा करड़ा बचन करके आए हैं। वो बचन है लाहौर शहर जहर कहर सवा पैर। लाहौर शहर दे विच सवा पैर कहर हुंदा है, जहर वर्गा वरतारा वरतदा है। वो बचन महाराज किरपा करो वापस ले लो, क्योंकि पंजाब दी राजधानी नूं एडा वड्डा सराप मिलिया होया। आप जी किरपा करके उहदी निवृत्ति कर दिओ। गुरु अमरदास साहब कहण लगे, जिहड़ा बचन गुरु नानक देव जी की रसना तो निकलिया, वो बचन असी नहीं बदल सकते, बल्कि असी उस बचन दे उत्ते होर मोहर ला के नाल एक दूसरा बचन भी कर देने आ। लाहौर शहर अमृतसर सिफती का घर। ये तीसरे पातशाह का सलोक है। पहला सलोक है महला पहला, लाहौर शहर जहर कहर सवा पैर। श्री गुरु ग्रंथ साहब जी के 1412 अंग के उत्ते है। और अगला बचन है महला तीजा, वो भी उत्थे नाल ही है। लाहौर शहर अमृतसर सिफती का घर। महाराज कहते लाहौर शहर तो उवें रहेगा जिवें सतगुरु नानक देव जी ने कहा है, पर असी जहर के नेड़े अमृत का सरोवर बना देंगे। पंजाब दे विच दूसरा महान पवित्र नगर होवेगा, सारी दुनिया का केंद्र होवेगा। तो गुरु रामदास जी नूं हुक्म होया, तुसी जाके सेवा शुरू कराओ। गुरु अमरदास साहब की आग्या नाल गुरु रामदास जी ने इत्थे फेरा पाया सी, जिथे अजकल श्री अमृतसर साहब सुभाएमान है। कुछ खने और ग्राम बसावा। इत्थे महाराज साहब जी ने सरोवर भी बनाया, नगर भी बसाया। कुछ सेवा शुरू हुई तो गुरु अमरदास जी ज्योति जो समा गए सन। बाद में सारा काम गुरु रामदास जी ने शुरू रखिया है। हाँ जी। नाम गुरु को चक धरावा। पहला इहदा नाम रखिया गुरु का चक। पहले पंजाब दे विच चक होंदे सन, जिवें पाकिस्तान च हुण भी बजुर्ग दसदे ने चक नंबर 26, चक नंबर 13, चक नंबर 104। इहदा पिंडां दे नंबर लगे चक अंग्रेज़ां ने लाए सी। उस तो पहला भी ये चक कहंदे सी पिंडां नूं। तो महाराज साहब श्री गुरु रामदास जी ने जो नगर वसाया, उसका पहला नाम रखा गुरु का चक। हाँ जी। अस इतिहास सुनत सब सिंह। ये जदों बचन ब्रह्म ज्ञानी भाई राम कोयल जी ने खालसे नूं खास करके जिहड़े उस सिंह हजूर साहब तो आए सी, 10वें पातशाह दे ज्योति जो समान करके बैरागी हो गए सी, उन्हां सिंहां नूं ये बचन सुनाया है। करी बेकान को बड़ सिंह। वो बड़े सिंह करनी वाले सन, जिन्हां ने अपने मन दे सारे विकारां नूं इस तरह फतेह कीता सी जिवें बब्बर शेर हाथियां नूं मार सुटदा है। हाथ जोड़ बोले तब श्रोता। वो सारे श्रोते सारे सिंह हाथ जोड़ के बोले हन, राम कोयल तुम अंध दोता। हे भाई राम कोयल साहब जी, तुसी सब कुछ जानी जान हो, तुहाडे कोल ज्ञान दे बड़े खजाने हन। कथा सुनाए सर्व सुख दिए। आप जी ने बड़ी किरपा कीती, सानू गुरु महाराज की कथा सुना रहे हो। तुहाडे मूँह तो कथा सुन के साडे मन नूं बड़ी शांति मिलती है। जिस ते भये पर पल तहिए। साडे हिरदे पवित्र हो गए हन, मन शुद्ध हो गए हन कथा सुन सुन के। अब श्री अमृतसर की कथा। हुण किरपा करो सानू श्री अमृतसर साहब की कथा सुनाओ। तुसी करो सुनावत होई जथा। उस तरह सुनाओ जिवें होई है, जो महाराज जी ने चौथे पातशाह श्री गुरु रामदास साहब जी ने श्री अमृतसर साहब की रचना की है। जिठे सबे थाव नहीं तुद जेहिया, ऐसा महान पवित्र तीर्थ बनाया है, ਉਹਦੀ कथा सानू सुनाओ।
ਐਸੋ ਤੀਰ ਲੋਕੇ ਅੰਦਰ। ਇਸ ਤਰ੍ਹਾਂ ਤਿੰਨਾਂ ਲੋਕਾਂ ਦੇ ਵਿੱਚ ਪੂਰੀ ਤਰਲੋਕੀ ਦੇ ਅੰਦਰ ਸੁਣਿਓ ਨਾ ਥਲ ਤੀਰਥ ਅਤ ਸੁੰਦਰ। ਐਸਾ ਕੋਈ ਤੀਰਥ ਨਾ ਦੇਖਿਆ ਹੈ ਨਾ ਸੁਣਿਆ ਹੈ। ਹੋਰ ਵੀ ਬੜੇ ਬੜੇ ਸਥਾਨ ਵੇਖੇ, ਤੀਰਥ ਵੇਖੇ ਹਨ, ਪਰ ਸ੍ਰੀ ਅੰਮ੍ਰਿਤਸਰ ਕਰੋੜਾਂ ਤੀਰਥਾਂ ਤੋਂ ਮਹਾਨ ਹੈ। ਡਿਠੇ ਸਭੇ ਥਾਮ ਨਹੀਂ ਤੁਧ ਜੇਹਿਆ, ਬਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਇਹ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਦਾ ਦਰਬਾਰ ਸੋਹਣਿਆ ਤੋਂ ਸੋਹਣਾ ਹੈ। ਇਹਦੀ ਕਥਾ ਸਾਨੂੰ ਸੁਣਾਓ ਭਾਈ ਸਾਹਿਬ ਜੀ ਤੁਸੀਂ। ਕਿਵ ਉਤਪਤੀ ਭਾਈ ਇਸ ਕੇਰੀ। ਇਹ ਭਾਈ ਰਾਮ ਕੋਇਲ ਜੀ ਕਿਰਪਾ ਕਰਕੇ ਦੱਸੋ ਇਸ ਸਰੋਵਰ ਦੀ ਉਤਪਤੀ ਪੈਦਾਇਸ਼ ਕਿਵੇਂ ਹੋਈ ਹੈ? ਇਹ ਤੀਰਥ ਦੀ ਰਚਨਾ ਕਿਸ ਤਰ੍ਹਾਂ ਹੋਈ ਹੈ? ਮਹਿਮਾ ਕਹੀ ਨ ਜਾਏ ਵਡੇਰੀ। ਬੜੀ ਮਹਾਨ ਇਸ ਤੀਰਥ ਦੀ ਮਹਿਮਾ ਹੈ। ਕਿਸੇ ਵਿਦਵਾਨ ਕੋਲੋਂ, ਕਿਸੇ ਕਵੀ ਕੋਲੋਂ, ਕਿਸੇ ਗੁਣੀ ਕੋਲੋਂ ਇਹ ਕਥਾ ਕਹੀ ਨਹੀਂ ਜਾ ਸਕਦੀ। ਐਡੀ ਵੱਡੀ ਮਹਿਮਾ ਹੈ। ਬਾਣੀ ਦੇ ਵਿੱਚ ਵੀ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਗੁਰੂ ਕੇ ਸਿੱਖਾਂ ਨੇ ਰਹਿਤਨਾਮਿਆਂ 'ਚ ਵੀ ਲਿਖਿਆ। ਭਾਈ ਦਇਆ ਸਿੰਘ ਜੀ ਵਰਗਿਆਂ ਨੇ ਕੋਟ ਗੰਗਾ ਸਮ ਸ੍ਰੀ ਅੰਮ੍ਰਿਤਸਰ ਸਮਝੇ। ਜਿਨ੍ਹਾਂ ਕਰੋੜਾਂ ਗੰਗਾ ਦਾ ਮਹਾਤਮ ਹੈ, ਇਹਨਾਂ ਕੱਲੇ ਸ੍ਰੀ ਅੰਮ੍ਰਿਤਸਰ ਸਰੋਵਰ ਦਾ ਮਹਾਤਮ ਹੈ। ਗੁਰੂ ਰਾਮਦਾਸ ਦੇ ਸਰੋਵਰ ਦੀ ਮਹਿਮਾ ਭਾਈ ਸਾਹਿਬ ਜੀ ਤੁਸੀਂ ਵੀ ਆਪਣੇ ਮੁਖ ਤੋਂ ਸੁਣਾਓ ਸਾਨੂੰ। ਹਾਂਜੀ। ਜਿਸ ਕੋ ਮਹਾ ਮਹਾਤਮ ਆਹੇ। ਜਿਸ ਦਾ ਬਹੁਤ ਜ਼ਿਆਦਾ ਮਹਾਤਮ, ਸਭ ਤੋਂ ਜ਼ਿਆਦਾ ਮਹਾਨ ਗੁਰਬਾਣੀ ਵਿੱਚ ਲਿਖਿਆ ਹੈ। ਡਿਠੇ ਸਭੇ ਥਾਮ ਨਹੀਂ ਤੁਧ ਜੇਹਿਆ। ਸਾਰੀ ਧਰਤੀ ਦੇ ਸਥਾਨ ਵੇਖੇ ਨੇ, ਪਰ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਰਗੀ ਕੋਈ ਥਾਂ ਨਹੀਂ ਦੁਨੀਆ ਤੇ। ਹਾਂਜੀ। ਕਯੋ ਬੋਲ ਸ੍ਰੀ ਗ੍ਰੰਥ ਸਮਾਹੇ। ਫਿਰ ਸਭ ਤੋਂ ਜ਼ਿਆਦਾ ਇਸ ਗੱਲ ਦੀ ਵੀ ਵਡਿਆਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜੋ ਜੋ ਬਚਨ ਹਨ, ਧੁਰ ਕੀ ਬਾਣੀ, ਅਕਾਲ ਪੁਰਖ ਦੀ ਬਾਣੀ ਹੈ। ਧਰਤੀ ਦੇ ਕਿਸੇ ਵਿਦਵਾਨ ਕਵੀ ਨੇ ਨਹੀਂ ਰਚੀ ਇਹ ਬਾਣੀ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧੁਰ ਅਕਾਲ ਪੁਰਖ ਦੇ ਸੱਚਖੰਡ ਤੋਂ ਆਈ ਹੈ। ਉਹਦੇ ਵਿੱਚ ਹੀ ਇਹ ਬਚਨ ਵੀ ਆਏ ਨੇ ਕਿ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਇਹ ਗੁਰੂ ਗ੍ਰੰਥ ਸਾਹਿਬ ਇੰਨੀ ਮਹਿਮਾ ਹੈ, ਹੋਰ ਕਿਸੇ ਸਥਾਨ ਦੀ, ਕਿਸੇ ਨਗਰ ਦੀ, ਕਿਸੇ ਧਰਤੀ ਦੀ ਇਤਨੀ ਮਹਿਮਾ ਨਹੀਂ ਜਿਤਨੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਹੈ। ਹਾਂਜੀ। ਕਿਸ ਪ੍ਰਕਾਰ ਉਤਾਲ ਲਗਾਵਾ। ਇਹ ਸਤਿਗੁਰੂ ਪਾਤਸ਼ਾਹ ਦੇ ਪ੍ਰੇਮੀ ਭਾਈ ਰਾਮ ਕੋਇਲ ਜੀ ਤੁਸੀਂ ਸਾਨੂੰ ਦੱਸੋ ਕਿ ਚੌਥੇ ਪਾਤਸ਼ਾਹ ਨੇ ਸਰੋਵਰ ਦੀ ਸੇਵਾ ਕਦੋਂ ਤੇ ਕਿਸ ਤਰ੍ਹਾਂ ਕਰਵਾਈ ਸੀ। ਹਾਂਜੀ। ਹਰਮੰਦਰ ਸੁੰਦਰ ਬਨ ਬਾਬਾ। ਸ੍ਰੀ ਹਰਿਮੰਦਰ ਸਾਹਿਬ ਗੁਰੂ ਸਾਹਿਬ ਨੇ ਕਦੋਂ, ਕਿਹੜੀ ਪਾਤਸ਼ਾਹੀ ਨੇ ਬਣਾਇਆ ਸੀ? ਇਹ ਜੋ ਕੇਂਦਰ ਹੈ ਇਹ ਕਿਸ ਤਰ੍ਹਾਂ ਬਣਿਆ ਸੀ? ਇਹਦੀ ਸਾਰੀ ਕਥਾ, ਇਹਦਾ ਇਤਿਹਾਸ ਸੁਣਨ ਨੂੰ ਜੀ ਕਰਦਾ ਹੈ। ਭਾਈ ਸਾਹਿਬ ਜੀ ਤੁਸੀਂ ਸਾਨੂੰ ਸੁਣਾਓ। ਲక్ష్ਮੀ ਸਾਥਿਤ ਸੇਵਤੀ ਤਾਹਾਂ ਜਹਾਂ। ਜਿੱਥੇ ਹਾਜ਼ਰ ਨਾਜ਼ਰ ਲక్ష్ਮੀ ਹੱਥ ਜੋੜ ਕੇ ਚਰਨ ਸੇਵਦੀ ਰਹਿੰਦੀ ਹੈ। ਲక్ష్ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੈ ਨਮਸਕਾਰਾ। ਐਸਾ ਇਹ ਦਰਬਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਹੈ, ਜਿੱਥੇ ਲక్ష్ਮੀ ਸੇਵਾ ਕਰਦੀ ਹੈ। ਲక్ష్ਮੀ ਪਾਵ ਪਲੋਸਤ ਜਾਂ ਕੇ ਸ੍ਰੀ ਗੁਰੂ ਰਾਮਦਾਸ ਦੇ ਚਰਨ ਝਾੜਦੀ ਹੈ ਲక్ష్ਮੀ। ਹਾਂਜੀ। ਸੰਤਨ ਕੇ ਚਿਤ ਭਾਵਤ ਮਹਾ। ਐਸੀ ਜੋ ਜਗ੍ਹਾ ਹੈ ਸੰਤਾਂ ਮਹਾਂਪੁਰਸ਼ਾਂ ਬ੍ਰਹਮ ਗਿਆਨੀਆਂ ਦੇ ਮਨ ਨੂੰ ਭਾਉਂਦੀ ਹੈ। ਜਿਹੜੀ ਸਾਧੂਆਂ ਸੰਤਾਂ ਨਾਮ ਰਸੀਆਂ ਨੂੰ ਚੰਗੀ ਲੱਗਦੀ ਹੈ, ਐਸੀ ਇਹ ਧਰਤੀ ਹੈ। ਮਹਾ ਕਠੋਰ ਜਗਤ ਅਸ ਕੋਇ ਨ। ਇਹ ਸੰਸਾਰ ਦੇ ਵਿੱਚ ਐਸਾ ਕੋਈ ਨਹੀਂ ਹੈ। ਦਰਸ਼ਨ ਤੇ ਸਰਦਾ ਜਿਸ ਨਾ ਹੋਏ। ਕਿੰਨਾ ਵੀ ਪੱਥਰ ਦੇ ਇਨਸਾਨ ਹੋਵੇ, ਕਠੋਰ ਹੋਵੇ, ਤੇ ਉਹ ਇੱਥੇ ਆਵੇ ਤਾਂ ਉਹਦਾ ਦਿਲ ਨਰਮ ਹੋ ਜਾਂਦਾ, ਉਹਦਾ ਮਨ ਸ਼ੁੱਧ ਹੋ ਜਾਂਦਾ। ਐਸਾ ਕਿਹੜਾ ਭੈੜੇ ਕਰਮਾਂ ਵਾਲਾ ਹੋਵੇਗਾ ਜਿਹੜਾ ਸ੍ਰੀ ਗੁਰੂ ਰਾਮਦਾਸ ਦੇ ਦਰਬਾਰ ਨੂੰ ਦੇਖ ਕੇ ਸ਼ਰਧਾ ਵਿੱਚ ਨਾ ਆਵੇ।
ਅਸ ਦੁਰਭਾਗ ਕਵਨ ਜਗ ਹੋਏ। ਐਸੇ ਭੈੜੇ ਕਰਮ ਕਿਹਦੇ ਹੋਣਗੇ? ਮਾੜੇ ਤੋਂ ਮਾੜਾ ਕਰਮਾਂ ਵਾਲਾ, ਭੈੜੇ ਕਰਮਾਂ ਵਾਲਾ ਬੰਦਾ ਵੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇਰੇ ਦਰਬਾਰ 'ਚ ਆ ਕੇ ਝੁਕ ਜਾਂਦਾ ਹੈ। ਕਹਿ ਤਰਕ ਨਾ ਇਸ ਕੋ ਜੋਏ। ਕਿਹਦੇ ਭੈੜੇ ਭਾਗ ਹੋਣਗੇ, ਕਰਮ ਮਾੜੇ ਹੋਣਗੇ? ਜਿਹੜਾ ਸ੍ਰੀ ਅੰਮ੍ਰਿਤਸਰ ਦੀ ਨਿੰਦਾ ਕਰੇਗਾ, ਤਰਕ ਕਰੇਗਾ। ਬਹੁਤ ਹੀ ਪਾਪ ਕਿਸੇ ਬੰਦੇ ਦੇ ਇਕੱਠੇ ਹੋ ਜਾਣ ਨਾ, ਕਰੋੜਾਂ ਜਨਮਾਂ ਦੇ, ਤਾਂ ਉਹ ਸਾਧ ਸੰਗਤ ਜੀ ਸ੍ਰੀ ਹਰਿਮੰਦਰ ਸਾਹਿਬ ਨਾਲ ਮੱਥਾ ਲਾਉਂਦਾ ਹੈ। ਦਰਸ਼ਨ ਤੇ ਮਨ ਹਰ ਬਿਹਾਰੋ। ਤੇ ਫਿਰ ਉਹਦੇ ਪਾਪ ਨੂੰ ਲੈ ਵਹਿੰਦੇ। ਤੁਹਾਡੇ ਸਾਹਮਣੇ ਹੀ ਦੇਖ ਲਓ, ਅਬਦਾਲੀ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਲਈ ਉਹਨੇ ਦਰਬਾਰ ਸਾਹਿਬ ਉੱਤੇ ਤੋਪਾਂ ਡਾਈਆਂ ਸੀਗੀਆਂ, ਤੇ ਅਬਦਾਲੀ ਦੀ ਨੱਕ ਤੇ ਇੱਟ ਵੱਜ ਗਈ ਸੀ ਉੱਡ ਕੇ, ਜਿਹਦੇ ਨਸੂਰ ਨਾਲ ਤੜਪ ਤੜਪ ਕੇ ਮਰਿਆ ਸੀ। ਮੱਸੇ ਰੰਗੜ ਨੇ ਬੇਅਦਬੀ ਕੀਤੀ ਸੀ, ਸਿੰਘਾਂ ਨੇ ਸਿਰ ਵੱਢ ਕੇ ਲੈ ਗਏ, ਤੇ ਉਹਦੀ ਲਾਸ਼ ਵੱਖਰੀ ਤੇ ਸਿਰ ਵੱਖਰਾ ਰਿਹਾ। ਤੇ ਫਿਰ ਖਾਲਸਾ ਜੀ ਜਿਨ੍ਹਾਂ ਨੇ ਬੇਅਦਬੀ ਕੀਤੀ, ਤੁਹਾਡੇ ਸਾਹਮਣੇ ਇੰਦਰਾ ਗਾਂਧੀ ਤੱਕ ਕੋਈ ਬਚਿਆ? ਕੋਈ ਨਹੀਂ। ਸਾਰਿਆਂ ਨੂੰ ਮਹਾਰਾਜ ਪਰਮੇਸ਼ਰ ਨੇ ਸਾਹਮਣੇ ਦਿਖਾਤਾ ਵੀ ਇਹ ਦਰਬਾਰ ਐਸਾ ਹੈ, ਇਹਦੀ ਜੋ ਨਿੰਦਾ ਵੀ ਕਰੇ ਨਾ ਕੋਈ, ਇਹ ਤਰਕ ਵੀ ਕਰੇ, ਉਹਨੂੰ ਵੀ ਫਲ ਨਾਲ ਦੀ ਨਾਲ ਮਿਲਦਾ ਹੈ। ਗੁਰੂ ਰਾਮਦਾਸ ਦਾ ਦਰਬਾਰ ਹੈ। ਇਹ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ, ਕਿਸੇ ਪਾਰਟੀ ਦਾ, ਕਿਸੇ ਧੜੇ ਦਾ, ਕਿਸੇ ਗਰੁੱਪ ਦਾ ਨਹੀਂ ਹੈ। ਇਹ ਅਕਾਲ ਪੁਰਖ ਦਾ ਦਰਬਾਰ ਹੈ। ਅਠੇ ਪੈਰ ਪਰਮੇਸ਼ਰ ਦੀ ਸਿਫਤ ਹੁੰਦੀ, ਕੀਰਤਨ ਹੁੰਦਾ ਗੁਰੂ ਰਾਮਦਾਸ ਦੇ ਦਰਬਾਰ। ਇਸ ਕਰਕੇ ਇਹਦੇ ਤੇ ਜੇ ਕੋਈ ਤਰਕਣਾ ਕਰਦਾ ਤਾਂ ਸਮਝੋ ਉਹਦੇ ਪਾਪ ਜਾਗੇ ਹੋਏ ਨੇ, ਉਹਦੇ ਮਾੜੇ ਦਿਨ ਆਏ ਹੋਏ ਨੇ। ਹਾਂਜੀ, ਮੱਜਨ ਸੇਵਨ ਤੇ ਸੁਖ ਭਾਜੋ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਕਰਨ ਨਾਲ, ਸੇਵਾ ਕਰਨ ਨਾਲ ਭਾਰੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸਕਲ ਜਨਕ ਕੋ ਸਭ ਫਲਦਾਇਕ। ਇਹ ਸਾਰੀ ਦੁਨੀਆ ਨੂੰ ਸਾਰੇ ਸੁਖ ਦੇਣ ਵਾਲਾ, ਸਾਰੇ ਫਲ ਦੇਣ ਵਾਲਾ ਹੈ। ਜਥਾ ਕਿਰਪਾਰਥ ਲੋਕੀ ਨਾਇਕ। ਜਿਵੇਂ ਪਰਮੇਸ਼ਰ ਅਕਾਲ ਪੁਰਖ ਜੀ ਤ੍ਰਿਲੋਕੀ ਦੇ ਸਵਾਮੀ ਜੀ ਕਿਰਪਾ ਕਰਦੇ ਹਨ। ਹਾਂਜੀ, ਦੇਵਨ ਗਨ ਕੇ ਰਹਿਬੇ ਲਾਇਕ। ਉਹਨਾਂ ਨੇ ਦੇਵਤਿਆਂ ਦੇ ਰਹਿਣ ਵਾਸਤੇ ਸਵਰਗ ਬਣਾਇਆ ਹੈ। ਪਰ ਹੈ ਭੀਰ ਤੇ ਬਨਹਿ ਸਹਾਇਕ। ਔਰ ਜਦੋਂ ਦੇਵਤਿਆਂ ਤੇ ਪੀੜਾ ਪੈਂਦੀ ਹੈ, ਰਾਖਸ਼ਾਂ ਕੋਲੋਂ ਸਵਰਗ ਖੋਹ ਲੈਂਦੇ ਹਨ, ਤਾਂ ਭਗਵਾਨ ਉਹਨਾਂ ਦੇਵਤਿਆਂ ਦੀ ਸਹਾਇਤਾ ਲਈ ਉਹਨਾਂ ਦੇ ਮਦਦਕਾਰ ਬਣ ਕੇ ਆ ਜਾਂਦੇ ਹਨ। ਇਸ ਕੋ ਸਗਲ ਪ੍ਰਸੰਗ ਸੁਣਾਵੋ। ਇਹ ਕਿਰਪਾ ਕਰੋ ਭਾਈ ਸਾਹਿਬ ਰਾਮ ਕੋਇਲ ਜੀ, ਸਾਨੂੰ ਇਹ ਪ੍ਰਸੰਗ ਸੁਣਾਓ ਕਿ ਕਿਸ ਤਰ੍ਹਾਂ ਸਤਿਗੁਰੂ ਜੀ ਨੇ ਸਿੱਖਾਂ ਦੀ ਸਹਾਇਤਾ ਕਰਨ ਦੇ ਲਈ ਇਹ ਵੱਡਾ ਪਰਉਪਕਾਰ ਕੀਤਾ ਕਿ ਸਾਰਿਆਂ ਤੋਂ ਵੱਡਾ ਤੀਰਥ ਕਲਯੁਗ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਬਣਾ ਦਿੱਤਾ। ਤਨ ਕੋ ਸੰਦੇਸ਼ ਮਿਟਾਵੋ। ਸਰੋਤਿਆਂ ਦੇ ਸਾਰੇ ਸੰਸ਼ੇ ਮਿਟ ਜਾਣਗੇ ਭਾਈ ਸਾਹਿਬ ਜੀ ਤੁਹਾਡੇ ਮੂੰਹ ਤੋਂ ਕਥਾ ਸੁਣ ਕੇ। ਕਿਉਂਕਿ ਭਾਈ ਰਾਮ ਕੋਇਲ ਜੀ ਕੌਣ ਸਨ? ਅੱਜ ਕੱਲ੍ਹ ਦੇ ਸਾਧ ਸੰਗਤ ਜੀ ਸਾਡੇ ਕੋਲ ਹੋਰ ਗੱਲਾਂ ਦਾ ਟਾਈਮ ਹੈ, ਇਤਿਹਾਸ ਸੁਣਨ ਦਾ ਟਾਈਮ ਕੋਈ ਨਹੀਂ। ਹੋਰ ਟੈਲੀਵਿਜ਼ਨ ਤੇ ਬੈਠੇ ਸਾਰੀ ਦੁਨੀਆ ਦੀ ਨਿੰਦਾ ਚੁਗਲੀ ਸੁਣੀ ਜਾਂਦੇ, ਨੈਟ ਦੇ ਉੱਤੇ, ਵਟਸਐਪ ਉੱਤੇ, ਪਰ ਆਪਣੇ ਬਜ਼ੁਰਗਾਂ ਦੇ ਨਾਂ, ਆਪਣੇ ਮਹਾਂਪੁਰਸ਼ਾਂ, ਸ਼ਹੀਦਾਂ, ਭਗਤਾਂ, ਸੰਤਾਂ, ਬ੍ਰਹਮ ਗਿਆਨੀਆਂ, ਜਪੀਆਂ ਤਪੀਆਂ, ਗੁਰੂ ਕੇ ਸੇਵਾਦਾਰਾਂ ਦਾ ਇਤਿਹਾਸ ਕੋਈ ਪਤਾ ਹੀ ਨਹੀਂ। ਫਿਲਮਾਂ ਦੇ ਐਕਟਰਾਂ ਦੇ ਨਾਮ ਪਤਾ ਨਹੀਂ ਇਹਨਾਂ ਨੂੰ, ਪਰ ਗੁਰੂ ਮਹਾਰਾਜ ਦੇ ਮਹਾਂਪੁਰਸ਼ਾਂ ਦਾ ਇਤਿਹਾਸ ਕੌਣ ਸਨ? ਭਾਈ ਰਾਮ ਕੋਇਲ ਜੀ, ਕਿਸੇ ਨੂੰ ਪੁੱਛ ਲਓ। ਭਾਈ ਰਾਮ ਕੋਇਲ ਜੀ ਬਾਰੇ ਬਹੁਤਿਆਂ ਨੂੰ ਪਤਾ ਨਹੀਂ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਦੀ 7ਵੀਂ ਪੀੜ੍ਹੀ ਸਨ। ਉਹਨਾਂ ਦੇ ਹੱਥੋਂ 10ਵੇਂ ਪਾਤਸ਼ਾਹ ਕਲਗੀਧਰ ਜੀ ਨੂੰ ਗੁਰਿਆਈ ਦਾ ਤਿਲਕ ਹੋਇਆ ਸੀ। ਭਾਈ ਰਾਮ ਕੋਇਲ ਜੀ ਨੇ ਟਿੱਕਾ ਲਾਇਆ ਸੀ ਮਹਾਰਾਜ ਸਾਹਿਬ 10ਵੇਂ ਪਾਤਸ਼ਾਹ ਜੀ ਗੁਰਤਾ ਗੱਦੀ ਦਾ। ਭਾਈ ਰਾਮ ਕੋਇਲ ਜੀ ਦਾ ਇਹਨਾਂ ਸਤਿਕਾਰ 10ਵੇਂ ਪਾਤਸ਼ਾਹ ਕਰਦੇ ਸੀ ਵੀ ਆਪਣਾ ਬਚਨ ਮੋੜਦੇ। ਭਾਈ ਰਾਮ ਕੋਇਲ ਦਾ ਬਚਨ ਨਹੀਂ ਸੀ ਮੋੜਦੇ ਕਲਗੀਧਰ ਪਾਤਸ਼ਾਹ। ਕਹਿੰਦੇ ਸੀ ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਰੂਪ ਨਾਲ। ਤਾਂ ਉਹਨਾਂ ਦੇ ਹੱਥੋਂ ਬੇਅੰਤ ਸਿੰਘਾਂ ਨੇ ਅੰਮ੍ਰਿਤ ਛਕਿਆ, ਬੇਅੰਤ ਗੁਰਸਿੱਖ ਉਹਨਾਂ ਦੇ ਹੱਥੋਂ ਸਜੇ। ਭਾਈ ਰਾਮ ਕੋਇਲ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ ਕਿ ਕਥਾ ਸੁਣਾਓ ਸਾਨੂੰ ਗੁਰੂਆਂ ਦੀ 10 ਪਾਤਸ਼ਾਹੀਆਂ ਦੀ।
ਅੰਮ੍ਰਿਤਸਰ ਗੁਰਦਾਸਪੁਰ ਦੇ ਵਿਚਕਾਰ ਪੈਂਦਾ ਪਿੰਡ ਰਮਦਾਸ, ਡੇਰਾ ਬਾਬਾ ਨਾਨਕ ਤੋਂ ਨੇੜੇ, ਉੱਥੇ ਰਹਿੰਦੇ ਸੀ। ਉੱਥੇ ਉਹ ਸਿੰਘ ਆਏ ਜਿਹੜੇ ਹਜ਼ੂਰ ਸਾਹਿਬ ਤੋਂ ਬੈਰਾਗੀ ਹੋ ਕੇ ਆਏ ਸੀ। ਮਹਾਰਾਜ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ 1708 ਵਿੱਚ। ਸਿੰਘ ਬੜੇ ਬੈਰਾਗੀ ਹੋ ਗਏ। ਕੁਝ ਸਿੰਘ ਪਟਨੇ ਸਾਹਿਬ ਚਲੇ ਗਏ, ਕੁਝ ਮਾਤਾ ਜੀ ਕੋਲ ਦਿੱਲੀ ਚਲੇ ਗਏ, ਕੁਝ ਸਿੰਘ ਬਾਬੇ ਬੰਦੇ ਬਹਾਦਰ ਦੇ ਨਾਲ ਜੰਗਾਂ ਯੁੱਧਾਂ 'ਚ ਰਲ ਗਏ। ਸੂਰਮੇ ਜਿਹੜੇ ਸਨ, ਜਿਹੜੇ ਬੈਰਾਗੀ ਬੀਤਰਾਗ ਤਿਆਗਵਾਨ ਬਿਰਤੀ ਵਾਲੇ ਸਨ, ਉਹ ਭਾਈ ਰਾਮ ਕੋਇਲ ਸਾਹਿਬ ਜੀ ਕੋਲ ਰਮਦਾਸ ਆਏ। ਕਹਿੰਦੇ ਸਾਨੂੰ ਸੱਚੇ ਪਾਤਸ਼ਾਹ ਦਾ ਵਿਛੋੜਾ ਪਿਆ, ਕਥਾ ਸੁਣਾਓ ਸਤਿਗੁਰਾਂ ਦੀ। ਤੇ ਫਿਰ ਭਾਈ ਸਾਹਿਬ ਜੀ ਨੇ ਸਾਰੇ ਗੁਰੂਆਂ ਦੀ ਕਥਾ ਸੁਣਾਈ ਸੀ, ਜਿਹੜੀ ਸਾਹਿਬ ਸਿੰਘ ਲਿਖਾਰੀ ਨੇ ਲਿਖੀ ਸੀ। ਭਾਈ ਸਾਹਿਬ ਸਿੰਘ ਜੀ ਲਿਖਾਰੀ ਜੋ ਲਿਖਦੇ ਗਏ, 500 ਸਾਖੀਆਂ ਬਣੀਆਂ। ਉਹ ਕਹਿੰਦੇ ਨੇ ਭਾਈ ਰਾਮ ਕੌਰ ਦੀ ਵੱਡੀ ਨੂੰਹ ਜਿਹੜੀ ਸੀ ਬੀਬੀ ਪ੍ਰਧਾਨ, ਬੀਬੀ ਪ੍ਰਧਾਨ ਮਹਾਰਾਜੇ ਆਲਾ ਸਿੰਘ ਦੀ ਕੁੜੀ ਸੀ, ਪਟਿਆਲੇ ਵਾਲੇ ਰਾਜੇ ਦੀ। ਉਹ ਭਾਈ ਸਾਹਿਬ ਦੇ ਲੜਕੇ ਮੋਹਰ ਸਿੰਘ ਨੂੰ ਵਿਆਹੀ ਹੋਈ ਸੀ। ਭਾਈ ਰਾਮ ਕੌਰ ਜੀ ਦੀ ਉਹ ਨੂੰਹ ਉਹ ਪੋਥੀਆਂ ਪਟਿਆਲੇ ਲੈ ਆਈ ਸੀ। ਪਹਿਲਾਂ ਬਾਬਾ ਗਾਂਧਾ ਸਿੰਘ ਦੇ ਡੇਰੇ ਬਰਨਾਲੇ, ਉਹ ਸਾਰੀ ਅਜੇ ਵੀ 700 ਕਿੱਲਾ ਜ਼ਮੀਨ ਹੈ ਜਿਹੜੀ ਬੀਬੀ ਨੇ ਬਾਬਾ ਗਾਂਧਾ ਸਿੰਘ ਨਿਰਮਲੇ ਸਾਧੂਆਂ ਨੂੰ ਅਰਦਾਸ ਕਰਾਈ। ਉੱਥੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਦਾ ਇਤਿਹਾਸ ਗੁਰੂਆਂ ਦਾ ਸਾਂਭ ਕੇ ਰੱਖਿਆ। ਮਹਾਰਾਜਾ ਪਟਿਆਲਾ ਦੇ ਸਾਹਿਬ ਸਿੰਘ ਦੇ ਸਮੇਂ ਉਹ ਇਤਿਹਾਸ ਭਾਈ ਸੰਤੋਖ ਸਿੰਘ ਜੀ ਕਵੀ ਜੀ ਨੂੰ ਮਿਲਿਆ। ਕਵੀ ਜੀ ਨੇ ਉਹ ਇਤਿਹਾਸ ਨੂੰ ਇੱਥੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰੂਪ 'ਚ ਲਿਖਿਆ ਹੈ। ਇਹ ਸੀਨਾ ਬਸੀਨਾ ਚੱਲਿਆ ਆਇਆ ਖਜ਼ਾਨਾ ਹੈ ਸਾਡਾ ਇਤਿਹਾਸ। ਇਹ ਕੋਈ ਐਵੇਂ ਰਾਹ ਜਾਂਦੇ ਇੱਧਰੋਂ ਨਹੀਂ ਸੁਣ ਕੇ ਲਿਖਿਆ। ਇਹ ਬੜੀਆਂ ਮਹਾਨ ਹਸਤੀਆਂ ਭਾਈ ਰਾਮ ਕੋਇਲ ਜੀ ਵਰਗੇ, ਉਹਨਾਂ ਤੋਂ ਇਹ ਇਤਿਹਾਸ ਸਾਡੇ ਕੋਲ ਪਹੁੰਚਿਆ। ਗੁਰੂ ਘਰ ਦੇ ਜਿਹੜੇ ਵਜ਼ੀਰ ਹੋਏ ਨੇ ਬਾਬਾ ਬੁੱਢਾ ਸਾਹਿਬ ਜੀ, ਬਾਬਾ ਬੁੱਢਾ ਜੀ ਤੋਂ ਵੱਧ ਕੇ ਤਾਂ ਨਹੀਂ ਨਾ ਕੋਈ ਗੁਰੂ ਦਾ ਇਤਿਹਾਸ ਜਾਣ ਸਕਦਾ। ਉਹਨਾਂ ਦੇ ਪਰਿਵਾਰ ਤੋਂ ਇਤਿਹਾਸ ਆਇਆ ਸਾਡੇ ਕੋਲ। ਤੋ ਭਾਈ ਸਾਹਿਬ ਸਿੰਘ ਜੀ ਲਿਖਾਰੀ ਅਤੇ ਹੋਰ ਗਿਆਨਵਾਨ ਪ੍ਰੇਮੀ ਸਿੰਘ ਭਾਈ ਸਾਹਿਬ ਰਾਮ ਕੌਰ ਨੂੰ ਬੇਨਤੀ ਕਰ ਰਹੇ ਨੇ ਕਿ ਭਾਈ ਸਾਹਿਬ ਜੀ ਅੰਮ੍ਰਿਤਸਰ ਦੀ ਰਚਨਾ ਬਾਰੇ ਦੱਸੋ ਸਾਨੂੰ। ਹਾਂਜੀ, ਸਭ ਕੇ ਹਿਰਦੇ ਲਾਲਸਾ ਭਾਰੀ, ਸਾਰੇ ਖਾਲਸੇ ਦੇ ਮਨ ਵਿੱਚ ਵੱਡੀ ਭਾਰੀ ਲਾਲਸਾ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਕਥਾ ਸੁਣਨ ਦੀ। ਹਾਂਜੀ, ਗਹੀ ਆਏ ਕਰ ਸ਼ਰਨ ਤਿਹਾਰੀ। ਇਹ ਭਾਈ ਸਾਹਿਬ ਜੀ ਅਸੀਂ ਤੁਹਾਡੀ ਸ਼ਰਨ ਫੜੀ ਹੈ, ਤੁਸੀਂ ਕਿਰਪਾ ਕਰੋ ਸਾਨੂੰ ਇਤਿਹਾਸ ਸੁਣਾਓ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਕਿਵੇਂ ਹੋਈ ਹੈ? ਤੁਮ ਹੋ ਮਹਾ ਕਿਰਪਾਲ ਸਰਬੱਗ, ਆਪ ਜੀ ਮਹਾ ਕਿਰਪਾਲੂ ਸਰਬੱਗ ਹੋ, ਸਾਰਾ ਕੁਝ ਜਾਣੀ ਜਾਣ ਹੋ, ਅੰਤਰਜਾਮੀ ਹੋ। ਮਹਾ ਗਿਆਨ ਤੇ ਮਹਾ ਤਗ, ਤੁਸੀਂ ਤਤ ਗਿਆਨੀ ਬ੍ਰਹਮ ਗਿਆਨੀ ਹੋ। ਹੱਥ ਦੇ ਧਰੇ ਔਲੇ ਦੀ ਤਰ੍ਹਾਂ ਤੁਹਾਨੂੰ ਬ੍ਰਹਮ ਗਿਆਨ ਜਿਹੜਾ ਪ੍ਰਤੱਖ ਹੈ, ਤੁਹਾਡੇ ਸਾਹਮਣੇ ਸਭ ਦੁਨੀਆ ਦਾ ਗਿਆਨ ਹੈ, ਹਰ ਚੀਜ਼ ਦਾ ਤੁਹਾਨੂੰ ਪਤਾ ਹੈ। ਤੁਹਾਡੀ ਨਜ਼ਰ ਤੋਂ ਕੋਈ ਚੀਜ਼ ਓਲੇ ਨਹੀਂ ਹੈ। ਭਾਈ ਸਾਹਿਬ ਜੀ ਸਾਨੂੰ ਕਿਰਪਾ ਕਰਕੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਦਾ ਇਤਿਹਾਸ, ਸ੍ਰੀ ਅੰਮ੍ਰਿਤਸਰ ਦੀ ਰਚਨਾ ਦਾ ਇਤਿਹਾਸ ਸੁਣਾਓ। ਸਖਤ ਮਾਨ ਚਾਹੋ ਜਿਮ ਕਰੋ, ਤੁਸੀਂ ਭਾਈ ਸਾਹਿਬ ਸਰਵ ਸ਼ਕਤੀਮਾਨ ਹੋ, ਜੋ ਚਾਹੋ ਕਰ ਸਕਦੇ ਹੋ। ਹਾਂਜੀ, ਨਹਿਤ ਲੋਕ ਮੈਂ ਕਿਸ ਪੈ ਧਰੋ, ਤੁਹਾਡੇ ਬਰਾਬਰ ਇਸ ਤ੍ਰਿਲੋਕੀ 'ਚ ਕੋਈ ਗਿਆਨੀ ਨਹੀਂ ਹੈ। ਬਾਬਾ ਬੁੱਢਾ ਸਾਹਿਬ ਦਾ ਤੁਸੀਂ ਰੂਪ ਹੋ, ਉਹਨਾਂ ਦੀ ਜੋਤ ਤੁਹਾਡੇ ਵਿੱਚ ਟਿਕੀ ਹੋਈ ਹੈ, ਤੁਸੀਂ ਉਹਨਾਂ ਦੀ 7ਵੀਂ ਪੀੜ੍ਹੀ ਹੋ। ਹਾਂਜੀ, ਭੂਤ ਭਵਿਖਤ ਖੇਲ ਬ੍ਰਿਤਾਂਤਾ, ਤੁਸੀਂ ਭੂਤ ਦੇ ਤੇ ਭਵਿੱਖ ਦੇ ਬੀਤ ਚੁੱਕੇ ਸਮੇਂ ਦੇ ਵੀ ਜਾਣੂ ਹੋ, ਤੇ ਆਉਣ ਵਾਲਾ ਸਮਾਂ ਵੀ ਤੁਹਾਨੂੰ ਸਭ ਪਤਾ ਹੈ। ਰਾਮ ਹਿਰਦੈ ਸਰਬ ਕੀ ਗਿਆਤਾ, ਆਪ ਜੀ ਦੇ ਹਿਰਦੇ ਵਿੱਚ ਸਾਰਾ ਪ੍ਰਕਾਸ਼ ਹੈ। ਮਹਾਂਪੁਰਸ਼ੋ ਕਿਰਪਾ ਕਰੋ, ਤੁਸੀਂ ਸਤਿਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਦਾ ਪ੍ਰਸੰਗ ਸੁਣਾਓ। ਪ੍ਰੇਮ ਜਾਣ ਕਰ ਮਨ ਸੁਰਤਾਨ, ਸੋ ਭਾਈ ਸਾਹਿਬ ਰਾਮ ਕੌਰ ਜੀ ਆਪਣੇ ਸਰੋਤੇ ਪਿਆਰੇ ਸਿੰਘਾਂ ਦਾ ਪ੍ਰੇਮ ਜਾਣ ਕੇ ਕਰੋ ਸੁਧਾਰਸ ਕੋ ਬਖਿਆਨ, ਕਿਰਪਾ ਕਰੋ ਭਾਈ ਸਾਹਿਬ ਅੰਮ੍ਰਿਤ ਰਸ ਦਾ ਬਖਿਆਨ ਕਰੋ। ਰਾਮ ਕੋਇ ਭਾਈ ਸੁਨ ਸਬੈ, ਇਹ ਸੁਣ ਕੇ ਭਾਈ ਸਾਹਿਬ ਜੀ ਨੇ
ਪਰਮ ਪ੍ਰਸੰਨ ਭਇਓ ਮਨ ਤਬੈ ਬੜੇ ਪ੍ਰਸੰਨ ਹੋ ਕੇ ਕਥਾ ਸੁਣਾਉਣਾ ਸ਼ੁਰੂ ਕੀਤੀ ਹੈ। ਕਥਾ ਸੁਣ ਕੀ ਲਾਲਸ ਜਾਨੀ ਮਨ ਵਿੱਚ ਸਿੰਘਾਂ ਦੇ ਲਾਲਸਾ ਹੈ, ਇੱਛਾ ਹੈ, ਇਹ ਭਾਈ ਸਾਹਿਬ ਜਾਣ ਜੇ, ਕਿਉਂਕਿ ਬਿਨ ਗਾਹਕ ਗੁਣ ਵੇਚੀ ਹੈ ਤੋ ਗੁਣ ਸਹਿ ਕੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਵਿਕਾਏ। ਤੋ ਜੇ ਕੋਈ ਸਰੋਤਾ ਹੀ ਨਾ ਹੋਵੇ ਤੇ ਕਥਾ ਕਿਹਨੂੰ ਸੁਣਾਣੀ ਹੈ। ਸਰੋਤੇ ਸਾਵਧਾਨ ਹਨ, ਰੁਚੀ ਵਾਲੇ ਹਨ, ਭਾਈ ਸਾਹਿਬ ਜੀ ਰੀਝ ਰੀਝ ਕੇ ਸੁਣਾ ਰਹੇ ਹਨ। ਹੈ ਸੁਰਤਨ ਕੇ ਪ੍ਰੀਤ ਮਹਾਨੀ ਇਹ ਸਰੋਤਿਆਂ ਦੇ ਮਨ ਵਿੱਚ ਪ੍ਰੇਮ ਹੈ, ਜੋ ਗੁਰੂ ਸਾਹਿਬ ਜੀ ਦੀ ਕਥਾ ਸੁਣਨਾ ਚਾਹੁੰਦੇ ਹਨ, ਗੁਰੂ ਨਾਲ ਪਿਆਰ ਰੱਖਦੇ ਤਾਂ ਹੀ ਸੁਣਦੇ ਹਨ। ਹਾਂਜੀ, ਮਨ ਮਹਿ ਕਰ ਸੋ ਭਇਓ ਵਿਚਾਰ ਮਨ ਵਿੱਚ ਭਾਈ ਸਾਹਿਬ ਜੀ ਵਿਚਾਰ ਕਰਦੇ, ਸੋਤਨ ਪ੍ਰੀਤੀ ਦੇਖ ਪਰ ਆਪਣੇ ਸਰੋਤਿਆਂ ਦੀ ਪ੍ਰੀਤ ਵੇਖ ਕਰਕੇ ਸੁਣਾਉਂਦੇ ਹਨ। ਜਾਂ ਤੇ ਕਥਾ ਕਹਿਣ ਪਰ ਗੁਰ ਕੀ ਗੁਰੂ ਸਾਹਿਬ ਦੀ ਕਥਾ ਕਹਿਣ ਦੇ ਵਿੱਚ ਪੂਰੀ ਰੁਚੀ ਦਿੰਦੇ ਹਨ ਭਾਈ ਸਾਹਿਬ ਜੀ। ਵਧੀ ਪ੍ਰੀਤ ਭਾਈ ਕੇ ਔਰ ਕੀ ਭਾਈ ਰਾਮ ਕੋਇਲ ਸਾਹਿਬ ਜੀ ਦੇ ਮਨ 'ਚ ਵੀ ਬੜਾ ਪ੍ਰੇਮ ਜਾਗਿਆ, ਕਿਉਂਕਿ ਜੇ ਸੁਣਨ ਵਾਲਾ ਸਰੋਤਾ ਚੰਗਾ ਹੋਵੇ ਤੇ ਕਥਾ ਕਰਨ ਵਾਲੇ ਨੂੰ ਵੀ ਪ੍ਰੇਮ ਜਾਗ ਪੈਂਦਾ ਹੈ। ਸਾਹਿਬ ਸਿੰਧਕ ਜੇ ਸੋਤਾ ਸਾਹਿਬ ਸਿੰਘ ਆਦਿਕ ਜੇ ਸਰੋਤਾ, ਜੇ ਸਾਹਿਬ ਸਿੰਘ ਲਿਖਾਰੀ ਤੇ ਹੋਰ ਜਿੰਨੇ ਸਰੋਤੇ ਸਨ, ਕਰੇ ਸਹਾਰਨ ਆਨੰਦ ਸਰੋਤਾ ਸਾਰਿਆਂ ਨੇ ਸਰਾਹਨਾ ਕੀਤੀ। ਭਾਈ ਸਾਹਿਬ ਨੇ ਸਾਰਿਆਂ ਦੀ ਤਾਰੀਫ ਕੀਤੀ ਵੀ ਤੁਹਾਨੂੰ ਤੁਸੀਂ ਭਾਈ ਜਿਹੜੇ ਪ੍ਰੇਮ ਨਾਲ ਸੁਣਨਾ ਚਾਹੁੰਦੇ ਹੋ ਗੁਰੂ ਦੀ ਕਥਾ, ਧਨ ਸੁਮਤ ਅਰ ਚਾਹੇ ਤੁਮਾਰੀ ਧਨ ਤੁਹਾਡੀ ਮੱਤ ਹੈ, ਤੁਹਾਨੂੰ ਤੁਹਾਡੀ ਇੱਛਾ ਹੈ। ਗੁਰ ਕੀ ਕਥਾ ਸੁਣ ਅਧਿਕਾਰੀ ਤੁਸੀਂ ਗੁਰੂ ਦੀ ਕਥਾ ਦੇ ਸੁਣਨ ਦੇ ਅਧਿਕਾਰੀ ਹੋ। ਸਾਰੇ ਅਧਿਕਾਰੀ ਨਹੀਂ ਹੁੰਦੇ। ਕਈ ਵਾਰੀ ਕਈ ਪ੍ਰੇਮੀ ਦਰਬਾਰ ਚ ਆਉਂਦੇ ਆ, ਉਹ ਕਥਾ ਸੁਣਦੇ ਸਮਝ ਹੀ ਨਹੀਂ ਆਉਂਦੀ ਵੀ ਕੀ ਹੋ ਰਿਹਾ, ਤੇ ਉਹ ਕਥਾ 10-20 ਮਿੰਟ ਬਹਿ ਕੇ ਉੱਠ ਕੇ ਚਲੇ ਜਾਂਦੇ, ਸਮਝ ਨਹੀਂ ਨਾ ਆਉਂਦੀ। ਸਮਝ ਉਹਨੂੰ ਆਉਂਦੀ ਰੋਜ਼ ਸੁਣੇ। ਜੇ ਕਦੀ ਕਦਾਈ ਆਉਂਦਾ ਕੜਾਹ ਪ੍ਰਸ਼ਾਦ ਦੀ ਦੇਖ ਛਕੀ ਤੇ ਚਲਾ ਗਿਆ, ਉਹਨੂੰ ਵੀ ਪਤਾ ਲੱਗਣਾ ਕਥਾ ਕੀ ਹੁੰਦੀ। ਸਾਡੇ ਉਧਰ ਪਿੰਡਾਂ ਵੱਲ ਗਿਆਨੀ ਗੁਰਬਚਨ ਸਿੰਘ ਜੀ ਆਏ, ਮਹਾਂਪੁਰਸ਼ ਪਹਿਲੀ ਵਾਰ ਕਥਾ ਕਰਨ ਨਾਭੇ ਸਾਹਿਬ, ਤੇ ਉਹ ਕਥਾ ਸੁਣ ਕੇ ਤੇ ਮਾਈਆਂ ਪਿੰਡ 'ਚ ਆ ਗਈਆਂ ਵਾਪਸ, ਤੇ ਇੱਕ ਮਾਈ ਨੂੰ ਦੂਜੀ ਮਾਈ ਪੁੱਛਦੀ ਤੂੰ ਕਥਾ ਸੁਣਨ ਗਈ ਸੀ, ਕਥਾ ਕੀ ਹੁੰਦੀ ਹੈ? ਉਹ ਕਹਿੰਦੀ ਮੈਨੂੰ ਤੇ ਪਤਾ ਨਹੀਂ ਕੀ ਹੁੰਦੀ ਹੈ। ਇੱਕ ਬੰਦਾ ਪੜ੍ਹਦਾ, ਬੁੱਢਾ ਬੋਲਦਾ ਸੀ, ਤੇ ਇੱਕ ਉਹਦੇ ਨਾਲ ਮੁੰਡਾ ਸੀ, ਉਹ ਪੜ੍ਹੀ ਜਾਂਦਾ ਸੀ। ਜਿਹੜੇ ਬੁੱਢਾ ਭੁੱਲ ਜਾਂਦਾ ਸੀ ਤੇ ਜਵਾਨ ਪੜ੍ਹ ਦਿੰਦਾ ਸੀ, ਬਸ ਇਹ ਹੀ ਸੀ। ਤੋ ਉਹ ਸਾਧ ਸੰਗਤ ਦੀ ਕਥਾ ਵੀ ਐਵੇਂ ਥੋੜਾ ਪਤਾ ਲੱਗਦਾ, 5-10 ਸਾਲ ਕਥਾ ਸੁਣੇ ਫਿਰ ਕਥਾ ਸੁਣ ਸਰੋਤਾ ਬਣਦਾ। ਸੁਣਨ ਵਾਲ ਪਰ ਕਥਾ ਕਰਨੀ ਸੌਖੀ ਹੈ, ਕਥਾ ਸੁਣਨੀ ਔਖੀ ਹੈ। ਸਰੋਤਾ ਬੜੇ ਔਖੇ ਬਣਦੇ। ਤੋ ਭਾਈ ਰਾਮ ਕੋਇਲ ਜੀ ਨੇ ਦੇਖਿਆ ਵੀ ਸਿੰਘ ਬੜੇ ਸਾਵਧਾਨ ਹੋ ਕੇ ਸੁਣਦੇ, ਸਰੋਤੇ ਇਹਨਾਂ ਨੂੰ ਸੁਣਾਈਏ। ਹਾਂਜੀ, ਸੁਣੋ ਪ੍ਰੇਮ ਧਰ ਸਰਬ ਸੁਣਾਵੋ। ਹਾਂ, ਸੁਣੋ ਬਈ ਸਰੋਤਿਓ, ਖਾਲਸਾ ਜੀ ਸੁਣੋ, ਪ੍ਰੇਮ ਨਾਲ ਸੁਣੋ। ਤੁਹਾਨੂੰ ਸੁਣਾਉਂਦੇ ਆ ਕਥਾ ਮਹਾਰਾਜ ਸਾਹਿਬ ਜੀ ਦੀ। ਸਭ ਸਰੋਤਨ ਕੇ ਹਿਰਦੈ ਰਜਾਵੋ। ਹਾਂ, ਸਾਰੇ ਸਰੋਤਾ ਜਨ ਸੁਣੋ ਪ੍ਰੇਮ ਨਾਲ ਕਥਾ। ਹਾਂਜੀ, ਜਿਸ ਕੇ ਸੁਨੇ ਭਰਮ ਬਿਨਸਾਵੈ। ਇਹ ਕਥਾ ਇਹੋ ਜਿਹੀ ਕਥਾ ਹੈ ਜਿਹਨੂੰ ਸੁਣ ਕੇ ਮਨ ਦੇ ਭਰਮ ਨਿਕਲਣਗੇ, ਸ਼ੰਕੇ ਨਿਕਲਣਗੇ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਦੀ ਪੂਰੀ ਕਥਾ ਤੇ ਗੁਰ ਪ੍ਰਤਾਪ ਸੂਰਜ ਦੀ ਪੂਰੀ ਕਥਾ ਕੋਈ ਸੁਣ ਲਏ, ਬੰਦੇ ਦੇ ਮਨ 'ਚ ਸ਼ੰਕਾ ਰਹਿ ਜੇ, ਹੋ ਹੀ ਨਹੀਂ ਸਕਦਾ। ਸ਼ੰਕੇ ਸਾਰੇ ਮਿਟਾਉਂਦੀ ਹੈ ਕਥਾ, ਪਰ ਜਿਹੜਾ ਪਹਿਲਾਂ ਹੀ ਸ਼ੰਕੇ ਚੁੱਕੇ ਫਿਰਦਾ, ਸੁਣਨੀ ਤੇ ਹੈ ਨਹੀਂ, ਸ਼ੰਕੇ ਹੀ ਕਰਨੇ, ਉਹਨੂੰ ਨਹੀਂ ਸਮਝ ਆਉਂਦੀ। ਤੂੰ ਪਹਿਲਾਂ ਭਾਵਨਾ ਨਾਲ ਸੁਣੇ, ਸ਼ਰਧਾ ਨਾਲ ਸੁਣਿਆ, ਮੰਨਿਆ, ਮਨ ਕੀਤਾ ਭਾਵ, ਫੇਰ ਬਿਮਾਰੀ ਦੂਰ ਹੁੰਦੀ ਹੈ, ਸ਼ੰਕਾ ਮਿਟਦਾ। ਹਾਂਜੀ, ਗੁਰ ਆਸੈ ਕੋ ਸਿੱਖ ਸਭ ਪਾਵੈ। ਗੁਰੂ ਦਾ ਆਸ਼ਾ ਕੀ ਹੈ, ਗੁਰੂ ਦਾ ਸਿਧਾਂਤ ਕੀ ਹੈ, ਫਿਰ ਸਮਝ ਆਉਂਦੀ। ਜੇ ਦੇਖੋ ਸਾਧ ਸੰਗਤ ਜੀ, ਦੁਨਿਆਵੀ ਡਿਗਰੀਆਂ ਲਈਆਂ ਤੁਸੀਂ, MA ਦੀਆਂ, PhD ਦੀਆਂ, 25-25 ਸਾਲ ਸਕੂਲਾਂ ਕਾਲਜਾਂ 'ਚ ਪੜ੍ਹ ਕੇ, ਤੇ ਸਿੱਖੀ ਕਹਿੰਦੇ ਸਾਨੂੰ ਇੱਕੋ ਦਿਨ ਜੀ ਆ ਜੇ ਸਮਝ। ਸਿੱਖੀ ਦਾ ਕਈ ਜਨਮਾਂ 'ਚ ਨਹੀਂ ਸਮਝ ਆਉਂਦੀ, ਇਹ ਹੌਲੇ ਹੌਲੇ ਰੰਗ ਲਾਗਤ 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 ਹੈ। ਹਾਂਜੀ, ਆ ਸੁੰਦਰ ਗੁਰ ਕੋ ਇਤਿਹਾਸ। ਐਸਾ ਮਹਾਰਾਜ ਦਾ ਸੋਹਣਾ ਇਤਿਹਾਸ ਹੈ, ਸਤਿਗੁਰੂ ਦਸਮ ਪਾਤਸ਼ਾਹ ਤੱਕ। ਹਾਂਜੀ,
ਹਿਰਦੇ ਵਿਕਾਰਨ ਕਰਤਾ ਨਾਸ। ਜਿਹੜਾ ਮਨ ਦੇ ਵਿਕਾਰਾਂ ਨੂੰ ਨਾਸ ਕਰਨ ਵਾਲਾ ਹੈ। ਸ੍ਰੀ ਅੰਮ੍ਰਿਤਸਰ ਕੀ ਸ਼ੁਭ ਕਥਾ, ਸ੍ਰੀ ਅੰਮ੍ਰਿਤਸਰ ਦੀ ਸੋਹਣੀ ਕਥਾ ਭਈ ਜਥਾ ਉਚਰੋ ਮੈਂ ਤਥਾ। ਜੋ ਹੋਈ ਹੈ ਸੁਣੋ ਖਾਲਸਾ ਜੀ ਮੈਂ ਸੁਣਾਉਂਦਾ ਹਾਂ। ਇਕ ਮਨ ਹੋਏ ਸੁਣੋ ਕਰ ਪ੍ਰੀਤ, ਇੱਕ ਮਨ ਇੱਕ ਚਿਤ ਹੋ ਕੇ ਸੁਣੋ ਅੰਮ੍ਰਿਤਸਰ ਦੀ ਕਥਾ। ਮਹਾ ਮਹਾਤਮ ਪ੍ਰਾਪਤ ਮੀਤ। ਇਹ ਮੇਰੇ ਪਿਤਰੋ ਬੜਾ ਫਲ ਦਿੰਦੀ ਹੈ ਇਹ ਕਥਾ। ਸਤਿਗੁਰ ਕਥਾ ਕੇ ਹੈ ਸੁਖ ਰਾਸ। ਇਹ ਗੁਰੂ ਸਾਹਿਬ ਦੀ ਕਥਾ ਹੈ ਕਿ ਸੁੱਖਾਂ ਦਾ ਖਜ਼ਾਨਾ ਹੀ ਹੈ। ਹਾਂਜੀ, ਜਨਮ ਮਰਨ ਕੇ ਕਟਸ ਵਿਨਾਸ਼। ਇਹ ਜਨਮਾਂ ਦੇ ਕਸ਼ਟ ਕੱਟਣ ਵਾਲੀ ਹੈ, ਪਾਪਾਂ ਦਾ ਨਾਸ਼ ਕਰਨ ਵਾਲੀ ਕਥਾ ਹੈ। ਦੋਹਰਾ ਰਾਮ ਕੋਰ ਭਾਈ ਤਬੈ, ਭਾਈ ਰਾਮ ਕੋਇਰ ਸਾਹਿਬ ਜੀ ਕਰ ਸੋਤਨ ਸਾਵਧਾਨ। ਸਰੋਤਿਆਂ ਨੂੰ ਸਾਵਧਾਨ ਕਰ ਦਿਆ ਵੀ ਭਾਈ ਸਾਵਧਾਨ ਹੋ ਕੇ ਸੁਣੋ ਕਥਾ। ਹਾਂ, ਕਰਨ ਲਗੇ ਇਤਿਹਾਸ ਕੋ, ਭਾਈ ਸਾਹਿਬ ਰਾਮ ਕੋਇਰ ਜੀ ਕੋ ਕਥਾ ਸੁਣਾਉਣ ਲਗੇ ਹਨ। ਬਰਨ ਜਥਾ ਮਹਾਨ। ਜੋ ਕਥਾ ਉਹਨਾਂ ਨੇ ਆਪਣੇ ਬਜ਼ੁਰਗਾਂ ਕੋਲੋਂ ਸੁਣੀ ਹੋਈ ਹੈ। ਸ੍ਰੀ ਗੁਰੂ ਰਾਮਦਾਸ ਅੰਮ੍ਰਿਤਸਰ ਦੀ ਰਚਨਾ ਕਿਵੇਂ ਕੀਤੀ। ਸੋ ਸਾਧ ਸੰਗਤ ਜੀ ਇਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਹੇ ਗੋਬਿੰਦ ਹੇ ਗੋਪਾਲ।